प्यारे बच्चों, ਅੱਜ ਅਸੀਂ 6ਵੀਂ ਜਮਾਤ ਦੇ ਪਾਠ 2 ਭੋਜਨ ਦੇ ਤੱਤ ਬਾਰੇ ਪੜਾਂਗੇ। ਅਸੀਂ ਪਿਛਲੇ ਅਧਿਆਏ ਵਿੱਚ ਪੜ੍ਹਿਆ ਸੀ ਕਿ ਸਰੀਰ ਦੇ ਵਾਧੇ ਤੇ ਵਿਕਾਸ ਲਈ ਭੋਜਨ ਜ਼ਰੂਰੀ ਹੈ ਤੇ ਅਸੀਂ ਵੱਖ-ਵੱਖ ਤਰ੍ਹਾਂ ਦੇ ਭੋਜਨ ਜੋ ਸਾਨੂੰ ਜੰਤੂ ਤੇ ਪੌਦਿਆਂ ਤੋਂ ਮਿਲਦਾ ਹੈ ਪ੍ਰਾਪਤ ਕਰਦੇ ਹਾਂ, ਜਿਵੇਂ ਦਾਲਾਂ, ਅਨਾਜ, ਆਂਡੇ, ਦੁੱਧ ਆਦਿ। ਹੁਣ ਅਸੀਂ ਇਸ ਪਾਠ ਵਿੱਚ ਇਹ ਸਮਝਾਂਗੇ ਕਿ ਭੋਜਨ ਦੇ ਵੱਖ-ਵੱਖ ਤੱਤ ਅਤੇ ਮਨੁੱਖੀ ਸਰੀਰ ਉਹਦੀ ਮਹੱਤਤਾ। 2.1 ਭੋਜਨ ਦੇ ਤੱਤ। ਬੱਚਿਓ, ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਵੱਖ-ਵੱਖ ਪੋਸ਼ਕ ਤੱਤ ਹੁੰਦੇ ਹਨ। ਪੋਸ਼ਕ ਤੱਤ ਉਹ ਪਦਾਰਥ ਹੁੰਦੇ ਹਨ ਜਿਹੜੇ ਸਰੀਰ ਦੇ ਉਚਿਤ ਵਾਧੇ ਤੇ ਵਿਕਾਸ ਲਈ ਜ਼ਰੂਰੀ ਹੁੰਦੇ ਹਨ। ਸਾਡੇ ਸਰੀਰ ਦੇ ਮੁੱਖ ਪੋਸ਼ਕ ਤੱਤ ਕਾਰਬੋਹਾਈਡਰੇਟ, ਪ੍ਰੋਟੀਨ, ਚਰਬੀ, ਖਣਿਜ ਪਦਾਰਥ ਅਤੇ ਵਿਟਾਮਿਨ ਹਨ। ਇਹਨਾਂ ਤੋਂ ਇਲਾਵਾ ਵੀ ਸਾਡੇ ਸਰੀਰ ਨੂੰ ਪਾਣੀ ਅਤੇ ਮੋਟੇ ਅਨਾਜ ਦੀ ਬਹੁਤ ਜ਼ਰੂਰਤ ਹੁੰਦੀ ਹੈ। 2.1 ਕਾਰਬੋਹਾਈਡਰੇਟ। ਬੱਚਿਓ, ਕਾਰਬੋਹਾਈਡਰੇਟ ਸਾਡੇ ਲਈ ਊਰਜਾ ਦਾ ਇੱਕ ਮੁੱਖ ਸਰੋਤ ਹੈ। ਇਸ ਲਈ ਕਾਰਬੋਹਾਈਡਰੇਟ ਨੂੰ ਊਰਜਾ ਦੇਣ ਵਾਲਾ ਭੋਜਨ ਵੀ ਕਿਹਾ ਜਾਂਦਾ ਹੈ। ਇਹਨਾਂ ਵਿੱਚ ਕਾਰਬਨ, ਹਾਈਡਰੋਜਨ ਅਤੇ ਆਕਸੀਜਨ ਮੌਜੂਦ ਹੁੰਦੇ ਹਨ। ਕਾਰਬੋਹਾਈਡਰੇਟ ਦੇ ਸਰੋਤ। ਬੱਚਿਓ, ਪੌਦਿਆਂ ਦੇ ਵਿੱਚ ਸਾਨੂੰ ਕਾਰਬੋਹਾਈਡਰੇਟ ਬਾਜਰੇ, ਜਵਾਰ, ਚਾਵਲ, ਕਣਕ, ਗੁੜ, ਅੰਬ, ਕੇਲੇ ਆਦਿ ਤੋਂ ਪ੍ਰਾਪਤ ਹੁੰਦਾ ਹੈ। ਬੱਚਿਓ, ਕਾਰਬੋਹਾਈਡਰੇਟ ਨੂੰ ਅਸੀਂ ਦੋ ਭਾਗਾਂ ਵਿੱਚ ਵੰਡਦੇ ਹਾਂ, ਸਰਲ ਕਾਰਬੋਹਾਈਡਰੇਟ ਅਤੇ ਗੁੰਝਲਦਾਰ ਕਾਰਬੋਹਾਈਡਰੇਟ। ਸਰਲ ਕਾਰਬੋਹਾਈਡਰੇਟ ਚੀਨੀ, ਸ਼ੱਕਰ ਆਦਿ ਸਰਲ ਕਾਰਬੋਹਾਈਡਰੇਟ ਹਨ। ਇਹ ਸਵਾਦ ਵਿੱਚ ਮਿੱਠੇ ਹੁੰਦੇ ਹਨ ਅਤੇ ਪਾਣੀ ਵਿੱਚ ਘੁਲ ਜਾਂਦੇ ਹਨ। ਗਲੂਕੋਜ਼, ਜੋ ਅਸੀਂ ਹੁਣ ਗਰਮੀਆਂ ਦੇ ਵਿੱਚ ਪੀਂਦੇ ਹਾਂ, ਸੁਕਰੋਜ਼, ਜੋ ਖੰਡ ਦੇ ਵਿੱਚ ਹੁੰਦਾ ਹੈ, ਫਰਕਟੋਜ਼, ਜੋ ਫਲਾਂ ਤੋਂ ਮਿਲਦਾ ਹੈ, ਲੈਕਟੋਜ਼, ਜੋ ਦੁੱਧ ਤੋਂ ਮਿਲਦਾ ਹੈ, ਇਹ ਸਾਰੇ ਸਰਲ ਕਾਰਬੋਹਾਈਡਰੇਟ ਹਨ। ਇਹ ਸਾਰੇ ਬਹੁਤ ਜਲਦੀ ਪਚ ਜਾਂਦੇ ਹਨ ਅਤੇ ਸਾਡੇ ਸਰੀਰ ਨੂੰ ਤੁਰੰਤ ਊਰਜਾ ਦਿੰਦੇ ਹਨ ਅਤੇ ਸਾਡਾ ਸਰੀਰ ਜਿਹੜਾ ਹੈ ਉਸੇ ਸਮੇਂ ਉਸ ਊਰਜਾ ਨੂੰ ਲੈ ਕੇ ਕੰਮ ਕਰਨ ਦੇ ਸਮਰਥ ਹੋ ਜਾਂਦਾ ਹੈ। ਜਦਕਿ ਗੁੰਝਲਦਾਰ ਕਾਰਬੋਹਾਈਡਰੇਟ ਵਿੱਚ ਸਟਾਰਚ ਹੁੰਦਾ ਹੈ। ਇਸ ਵਿੱਚ ਗਲੂਕੋਜ਼ ਦੀ ਬਹੁਤ ਸਾਰੀ ਇਕਾਈਆਂ ਹੁੰਦੀਆਂ ਹਨ। ਪਹਿਲੇ ਇਹ ਸਟਾਰਚ ਪਾਣੀ ਵਿੱਚ ਜੋ ਘੁਲਣ ਵਾਲਾ ਹੈ ਅਤੇ ਜਿਹਦਾ ਸਵਾਦ ਨਹੀਂ ਹੈ। ਇਹ ਗੁੰਝਲਦਾਰ ਕਾਰਬੋਹਾਈਡਰੇਟ ਸਟਾਰਚ ਆਲੂ, ਚੌਲ, ਕਣਕ ਵਿੱਚ ਪਾਇਆ ਜਾਂਦਾ ਹੈ। ਪਾਚਨ ਸਮੇਂ ਇਹ ਗੁੰਝਲਦਾਰ ਕਾਰਬੋਹਾਈਡਰੇਟ ਪਹਿਲਾਂ ਤਾਂ ਸਰਲ ਕਾਰਬੋਹਾਈਡਰੇਟ ਵਿੱਚ ਬਦਲਦਾ ਹੈ, ਫਿਰ ਸਾਡਾ ਸਰੀਰ ਇਸ ਨੂੰ ਊਰਜਾ ਦੇ ਲਈ ਪ੍ਰਯੋਗ ਕਰ ਸਕਦਾ ਹੈ। ਇਸ ਦਾ ਮਤਲਬ ਇਹ ਹੈ ਪਿਆਰੇ ਬੱਚਿਓ ਕਿ ਜਿਹੜਾ ਕਾਰਬੋਹਾਈਡਰੇਟ ਸਟਾਰਚ ਹੈ ਇਹ ਇੱਕ ਗੁੰਝਲਦਾਰ ਕਾਰਬੋਹਾਈਡਰੇਟ ਹੈ। ਇਹ ਸਾਡੇ ਸਰੀਰ ਨੂੰ ਤੁਰੰਤ ਊਰਜਾ ਪ੍ਰਦਾਨ ਨਹੀਂ ਕਰਦਾ। ਸਾਡੇ ਸਰੀਰ ਦੇ ਵਿੱਚ ਕਾਰਬੋਹਾਈਡਰੇਟ ਦੀ ਮਹੱਤਤਾ। ਸਾਡੇ ਸਰੀਰ ਵਿੱਚ ਜਿੰਨੇ ਵੀ ਅਸੀਂ ਕੰਮ ਕਰਦੇ ਹਾਂ ਉਸ ਦੇ ਲਈ ਊਰਜਾ ਦੀ ਜ਼ਰੂਰਤ ਹੁੰਦੀ ਹੈ ਅਤੇ ਇਹ ਊਰਜਾ ਸਾਨੂੰ ਕਾਰਬੋਹਾਈਡਰੇਟ ਤੋਂ ਹੀ ਮਿਲਦੀ ਹੈ। ਆਓ ਬੱਚਿਓ, ਕਿਰਿਆ 1 ਨੂੰ ਸਮਝੀਏ, ਜਿਸ ਜ਼ਰੀਏ ਅਸੀਂ ਵੱਖ-ਵੱਖ ਪਦਾਰਥਾਂ ਵਿੱਚ ਸਟਾਰਚ ਦੀ ਮੌਜੂਦਗੀ ਦਾ ਪਰਖ ਕਰ ਸਕਦੇ ਹਾਂ। ਬੱਚਿਓ, ਇਹਦੇ 'ਚ ਸਾਨੂੰ ਲੋੜੀਂਦੀ ਸਮੱਗਰੀ ਚਾਹੀਦੀ ਹੁੰਦੀ ਹੈ: ਕੱਚੇ ਆਲੂ, ਆਇਓਡੀਨ ਦਾ ਘੋਲ, ਡ੍ਰੌਪਰ ਅਤੇ ਚਾਈਨਾ ਡਿਸ਼। ਪਿਆਰੇ ਬੱਚਿਓ, ਜਿਸ ਤਰ੍ਹਾਂ ਤੁਸੀਂ ਚਿੱਤਰ ਦੇਖ ਪਾ ਰਹੇ ਹੋ ਕਿ ਆਲੂ ਨੂੰ ਵਿੱਚੋਂ ਦੀ ਕੱਟ ਕੇ ਉਹਦੇ ਉੱਤੇ ਲਾਈਟ ਔਰੇਂਜ ਬਰਾਊਨ ਕਲਰ ਦਾ ਜਿਹੜਾ ਆਇਓਡੀਨ ਘੋਲ ਹੈ ਉਸ ਦੀ ਕੁਝ ਬੂੰਦਾਂ ਅਸੀਂ ਪਾਉਂਦੇ ਹਾਂ ਅਤੇ ਇਹ ਗੂੜਾ ਨੀਲਾ ਜਾਂ ਕਾਲੇ ਰੰਗ 'ਚ ਬਦਲ ਜਾਂਦਾ ਹੈ। ਇਹ ਗੂੜਾ ਨੀਲਾ ਜਾਂ ਕਾਲਾ ਰੰਗ ਦੱਸਦਾ ਹੈ ਕਿ ਆਲੂ ਦੇ ਵਿੱਚ ਸਟਾਰਚ ਮਤਲਬ ਕਾਰਬੋਹਾਈਡਰੇਟ ਮੌਜੂਦ ਹੈ। ਇਸ ਤਰੀਕੇ ਦੇ ਨਾਲ ਆਇਓਡੀਨ ਦੇ ਘੋਲ ਦੇ ਸਹਾਇਤਾ ਨਾਲ ਅਸੀਂ ਕਿਸੇ ਵੀ ਭੋਜਨ ਪਦਾਰਥ ਦੇ ਵਿੱਚ ਕਾਰਬੋਹਾਈਡਰੇਟ ਦੀ ਮੌਜੂਦਗੀ ਦਾ ਆਸਾਨੀ ਨਾਲ ਪਰਖ ਕਰ ਸਕਦੇ ਹਾਂ। ਪ੍ਰੋਟੀਨ। ਬੱਚਿਓ, ਸਾਡੇ ਸਰੀਰ ਦੇ ਵਿੱਚ ਜਦ ਅਸੀਂ ਖੇਡਦੇ ਹਾਂ ਅਤੇ ਸਾਡੇ ਸਰੀਰ ਦੇ ਜਿਹੜੇ ਅੰਦਰੂਨੀ ਸੈੱਲ ਹਨ ਉਹ ਟੁੱਟਦੇ ਫੁੱਟਦੇ ਰਹਿੰਦੇ ਹਨ। ਇਹਨਾਂ ਦੀ ਮੁਰੰਮਤ ਦਾ ਕੰਮ ਅਤੇ ਨਵੇਂ ਸੈੱਲ ਬਣਾਉਣ ਦਾ ਕੰਮ ਪ੍ਰੋਟੀਨ ਕਰਦਾ ਹੈ। ਇਸ ਲਈ ਇਸ ਨੂੰ ਅਸੀਂ ਬੋਡੀ ਬਿਲਡਿੰਗ ਫੂਡ ਜਾਂ ਰਚਨਾਤਮਕ ਭੋਜਨ ਵੀ ਕਹਿੰਦੇ ਹਾਂ। ਇਹ ਹਾਈਡਰੋਜਨ, ਆਕਸੀਜਨ, ਕਾਰਬਨ ਅਤੇ ਨਾਈਟ੍ਰੋਜਨ
ਨਾਲ ਬਣਦਾ ਹੈ। ਪ੍ਰੋਟੀਨ ਦੇ ਸਰੋਤ ਬੱਚਿਓ, ਪ੍ਰੋਟੀਨ ਸਾਨੂੰ ਪੌਦਿਆਂ ਤੋਂ ਵੀ ਮਿਲਦਾ ਹੈ ਅਤੇ ਜਾਨਵਰਾਂ ਤੋਂ ਵੀ। ਪ੍ਰੋਟੀਨ ਸਾਨੂੰ ਦਾਲਾਂ ਜਿਵੇਂ ਛੋਲੇ, ਮੂੰਗੀ, ਸਬਜ਼ੀਆਂ, ਖੁੰਬਾਂ, ਬਰੋਕਲੀ, ਸੋਇਆਬੀਨ ਆਦਿ ਪੌਦਿਆਂ ਤੋਂ ਪ੍ਰਾਪਤ ਹੁੰਦੇ ਹਨ, ਜਦ ਕਿ ਜੰਤੂਆਂ ਤੋਂ ਸਾਨੂੰ ਮੀਟ, ਅੰਡੇ, ਦੁੱਧ ਦੇ ਉਤਪਾਦ ਆਦਿ ਪ੍ਰਾਪਤ ਹੁੰਦੇ ਹਨ। ਪ੍ਰੋਟੀਨ ਦੀ ਸਾਡੇ ਲਈ ਮਹੱਤਤਾ। ਪ੍ਰੋਟੀਨ ਸਾਡੇ ਸਰੀਰ ਦੇ ਵਾਧੇ ਅਤੇ ਮੁਰੰਮਤ ਵਿੱਚ ਮਦਦ ਕਰਦਾ ਹੈ। ਪ੍ਰੋਟੀਨ ਸਾਨੂੰ ਬਹੁਤ ਸਾਰੀ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਪ੍ਰੋਟੀਨ ਐਂਜ਼ਾਈਮ ਵਜੋਂ ਕੰਮ ਕਰਦਾ ਹੈ। ਬੱਚਿਓ, ਸਾਡੇ ਸਰੀਰ 'ਚ ਜੋ ਵੀ ਕਿਰਿਆਵਾਂ ਹੁੰਦੀਆਂ ਹਨ, ਚਾਹੇ ਉਹ ਖਾਣਾ ਪਚਣ ਦੀ ਪਾਚਨ ਕਿਰਿਆ ਹੋਵੇ, ਚਾਹੇ ਸਾਹ ਲੈਣ ਦੀ ਸਾਹ ਕਿਰਿਆ, ਉਹਨਾਂ ਦੇ ਵਿੱਚ ਪ੍ਰੋਟੀਨ ਐਂਜ਼ਾਈਮ ਦੇ ਰੂਪ ਦੇ ਵਿੱਚ ਹੁੰਦਾ ਹੈ, ਜੋ ਕਿ ਉਸ ਕਿਰਿਆ ਨੂੰ ਤੇਜ਼ ਕਰ ਦਿੰਦਾ ਹੈ। ਇਸ ਲਈ ਸਾਡੇ ਸਰੀਰ ਦੇ ਵਿੱਚ ਪ੍ਰੋਟੀਨ ਐਂਜ਼ਾਈਮ ਦੇ ਤੌਰ 'ਤੇ ਬਹੁਤ ਮਹੱਤਵਪੂਰਨ ਰੋਲ ਅਦਾ ਕਰਦਾ ਹੈ। ਆਓ ਕਿਰਿਆ 2 ਜ਼ਰੀਏ ਅਸੀਂ ਵੱਖ-ਵੱਖ ਭੋਜਨ ਪਦਾਰਥਾਂ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਰਖ ਕਰੀਏ। ਬੱਚਿਓ, ਅਗਰ ਤੁਸੀਂ ਲੈਬ 'ਤੇ ਜਾਓ ਔਰ ਦੇਖੋ ਕਿ ਇੱਕ ਟੈਸਟ ਟਿਊਬ ਹੋਏਗੀ, ਜਦ ਅਸੀਂ ਉਸ ਟੈਸਟ ਟਿਊਬ ਦੇ ਵਿੱਚ ਕੋਈ ਦਾਲਾਂ ਜਿਵੇਂ ਮੂੰਗੀ ਜਾਂ ਉਬਲੇ ਅੰਡੇ ਨੂੰ ਥੋੜ੍ਹਾ ਬੁਰਾ ਕਰਕੇ ਉਸਨੂੰ ਅਗਰ ਇਸ ਟੈਸਟ ਟਿਊਬ ਦੇ ਵਿੱਚ ਪਾਈਏ ਅਤੇ ਇਹਦੇ ਵਿੱਚ ਅਸੀਂ ਕਾਸਟਿਕ ਸੋਡਾ ਅਤੇ ਕੋਪਰ ਸਲਫੇਟ ਇਹਨੂੰ ਇਸਦੇ ਘੋਲ ਦੀਆਂ 2-2 ਬੂੰਦਾਂ ਪਾਈਏ ਤਾਂ ਅਸੀਂ ਦੇਖਾਂਗੇ ਕਿ ਇਸ ਦਾ ਰੰਗ ਗੂੜਾ ਜਾਮਨੀ ਹੋ ਜਾਏਗਾ। ਇਹ ਜਿਹੜਾ ਜਾਮਨੀ ਰੰਗ ਹੈ ਇਹ ਦੱਸੇਗਾ ਕਿ ਇਸ ਭੋਜਨ ਪਦਾਰਥ ਦੇ ਵਿੱਚ ਪ੍ਰੋਟੀਨ ਮੌਜੂਦ ਹੈ। ਅਤੇ ਬੱਚਿਓ, ਤੁਸੀਂ ਵੱਖ-ਵੱਖ ਭੋਜਨ ਪਦਾਰਥ ਲੈ ਕੇ ਉਹਦੇ ਵਿੱਚ ਕਾਸਟਿਕ ਸੋਡਾ ਅਤੇ ਕਾਪਰ ਸਲਫੇਟ ਪਾ ਕੇ ਅਗਰ ਉਸਦਾ ਰੰਗ ਜਾਮਣੀ ਹੋ ਜਾਂਦਾ ਹੈ ਤਾਂ ਤੁਸੀਂ ਦੱਸ ਸਕਦੇ ਹੋ ਕਿ ਇਸ ਦੇ ਵਿੱਚ ਪ੍ਰੋਟੀਨ ਮੌਜੂਦ ਹੈ। ਅਤੇ ਇਸ ਤਰ੍ਹਾਂ ਤੁਸੀਂ ਵੱਖ-ਵੱਖ ਭੋਜਨ ਪਦਾਰਥਾਂ ਦੇ ਵਿੱਚ ਪ੍ਰੋਟੀਨ ਦੀ ਮੌਜੂਦਗੀ ਦਾ ਪਤਾ ਕਰ ਸਕਦੇ ਹੋ। ਚਰਬੀ 2.1.3 ਚਰਬੀ ਬੱਚੋ, ਜਿਸ ਤਰ੍ਹਾਂ ਕਾਰਬੋਹਾਈਡਰੇਟ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ, ਉਸੇ ਤਰੀਕੇ ਦੇ ਨਾਲ ਚਰਬੀ ਵੀ ਸਾਡੇ ਸਰੀਰ ਨੂੰ ਊਰਜਾ ਪ੍ਰਦਾਨ ਕਰਦੀ ਹੈ। ਚਰਬੀ ਸਾਨੂੰ ਪੌਦਿਆਂ ਤੋਂ ਵੀ ਮਿਲਦੀ ਹੈ ਅਤੇ ਜੰਤੂਆਂ ਤੋਂ ਵੀ। ਪੌਦਿਆਂ ਤੋਂ ਸਾਨੂੰ ਤੇਲ ਦੀ ਰੂਪ ਵਿੱਚ ਮਿਲਦੀ ਹੈ, ਜਿਵੇਂ ਸਰੋਂ ਦਾ ਤੇਲ, ਜਿਵੇਂ ਸੂਰਜਮੁਖੀ ਦਾ ਤੇਲ ਆਦਿ। ਅਤੇ ਜੰਤੂਆਂ ਤੋਂ ਸਾਨੂੰ ਮੀਟ, ਮਛਲੀ ਦੇ ਤੇਲ ਦੇ ਰੂਪ ਦੇ ਵਿੱਚ ਇਹ ਮਿਲਦੀ ਹੈ, ਘਿਓ ਆਦਿ ਦੇ ਰੂਪ 'ਚ। ਹੁਣ ਚਰਬੀ ਦੀ ਮਹੱਤਤਾ ਕੀ ਹੈ? ਚਰਬੀ ਸਾਡੇ ਸਰੀਰ ਨੂੰ ਊਰਜਾ ਦਿੰਦੀ ਹੈ। ਚਰਬੀ ਸਾਡੇ ਸਰੀਰ ਦੇ ਤਾਪਮਾਨ ਨੂੰ ਸੰਤੁਲਿਤ ਬਣਾ ਕੇ ਰੱਖਦੀ ਹੈ। ਇਸ ਦੀ ਪਹਿਚਾਣ ਵੀ ਅਸੀਂ ਬਹੁਤ ਹੀ ਸਰਲ ਤਰੀਕੇ ਨਾਲ ਕਿਰਿਆ 3 ਰਾਹੀਂ ਕਰ ਸਕਦੇ ਹਾਂ। ਇਸ ਦੇ ਵਿੱਚ ਕੀ ਹੈ ਬੱਚੋ, ਕਿ ਕੋਈ ਬਦਾਮ ਦੇ ਜਾਂ ਮੂੰਗਫਲੀ ਨੂੰ ਤੁਸੀਂ ਬੂਰਾ ਕਰਕੇ ਉਸਨੂੰ ਤੁਸੀਂ ਕਾਗਜ਼ ਵਿੱਚ ਰੱਖੋ ਅਤੇ ਹਲਕੇ ਪੱਥਰ ਨਾਲ ਉਸਨੂੰ ਮਾਰੋ। ਧਿਆਨ ਇਹ ਰੱਖਣਾ ਹੈ ਕਿ ਜਿਹੜਾ ਉਹ ਕਾਗਜ਼ ਹੈ ਉਹ ਫਟੇ ਨਾ। ਅਤੇ ਤੁਸੀਂ ਬੱਚੋ ਜਦ ਦੇਖੋਗੇ ਕਿ ਜਿਹੜੀ ਮੂੰਗਫਲੀ ਜਾਂ ਬਦਾਮ ਹੈ, ਅਤੇ ਜਿਸ ਟਾਈਮ ਤੁਸੀਂ ਇਹਨੂੰ ਬੂਰਾ ਕਰਕੇ ਖੋਲੋਗੇ ਕਾਗਜ਼ ਨੂੰ, ਤਾਂ ਦੇਖੋਗੇ ਕਿ ਉਹਦੇ ਵਿੱਚ ਇਸ ਤਰ੍ਹਾਂ ਥੋੜ੍ਹੇ ਗਿੱਲਾਪਨ ਹੋਏਗਾ। ਇਹ ਗਿੱਲਾਪਨ ਉਸ ਭੋਜਨ ਪਦਾਰਥ ਦੇ ਵਿੱਚ ਉਪਸਥਿਤ ਚਰਬੀ ਦੇ ਕਰਕੇ ਹੈ। ਤੁਸੀਂ ਹੁਣ ਜਦ ਇਸ ਨੂੰ ਸੂਰਜ ਦੀ ਰੋਸ਼ਨੀ ਵਿੱਚ ਦੇਖਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਇਹ ਅਲਗ ਪਾਰਦਰਸ਼ੀ ਬਣ ਗਿਆ ਹੈ। ਅਲਗ ਪਾਰਦਰਸ਼ੀ ਦਾ ਮਤਲਬ ਇਹ ਹੈ ਕਿ ਤੁਸੀਂ ਇਸ ਦੇ ਆਸ-ਪਾਸ ਇਹ ਦੇਖ ਸਕਦੇ ਹੋ ਕਿ ਤੁਹਾਨੂੰ ਦੂਸਰੇ ਪਾਸ ਧੁੰਦਲਾ ਦਿਖਾਈ ਦੇਗਾ, ਅਤੇ ਪਰ ਸਾਫ਼ ਦਿਖਾਈ ਨਹੀਂ ਦਿੰਦੀ ਸਾਹਮਣੇ ਦੀ ਚੀਜ਼। ਇਸ ਨੂੰ ਅਸੀਂ ਅਲਗ ਪਾਰਦਰਸ਼ੀ ਕਹਿੰਦੇ ਹਾਂ। ਇਸ ਬਾਰੇ ਵੀ ਅਸੀਂ ਪ੍ਰਕਾਸ਼ ਪਾਠ 'ਚ ਅੱਗੇ ਜਾ ਕੇ ਪੜ੍ਹਨਾ ਹੈ। ਅਤੇ ਇਸ ਛੋਟੀ ਜਿਹੀ ਕਿਰਿਆ ਦੇ ਨਾਲ ਤੁਸੀਂ ਵੱਖ-ਵੱਖ ਭੋਜਨ ਪਦਾਰਥਾਂ ਦੇ ਵਿੱਚ ਚਰਬੀ ਦੀ ਮੌਜੂਦਗੀ ਦਾ ਵੀ ਪਤਾ ਕਰ ਸਕਦੇ ਹੋ। ਜਿੰਨੀ ਵੀ ਕਿਰਿਆਵਾਂ ਤੁਹਾਡੇ ਨਾਲ ਮੈਂ ਕਹਿ ਰਿਹਾ ਹੈ, ਇਹ ਜਲਦੀ ਹੀ ਤੁਹਾਡੇ ਡੀਪ ਸਟੱਡੀ ਗਿਆਨ ਚੈਨਲ ਉੱਤੇ ਅਪਲੋਡ ਕਰ ਦਿੱਤੀਆਂ ਜਾਣਗੀਆਂ। 2.1.4 ਖਣਿਜ ਪਦਾਰਥ ਬੱਚਿਓ, ਖਣਿਜ ਪਦਾਰਥ ਵੀ ਸਾਡੇ ਸਰੀਰ ਲਈ ਬਹੁਤ ਜ਼ਰੂਰੀ ਪੋਸ਼ਕ ਤੱਤਾਂ ਵਿੱਚੋਂ ਇੱਕ ਨੇ। ਇਸ ਦੀ ਸਾਡੇ ਸਰੀਰ 'ਚ ਬਹੁਤ ਘੱਟ ਮਾਤਰਾ ਦੇ ਵਿੱਚ ਜ਼ਰੂਰਤ ਹੁੰਦੀ ਹੈ। ਜਿਹੜੇ ਖਣਿਜ ਪਦਾਰਥ ਹੈ ਸਾਡੇ ਸਰੀਰ ਨੂੰ ਕੋਈ ਊਰਜਾ ਤਾਂ ਪ੍ਰਦਾਨ ਨਹੀਂ ਕਰਦੇ, ਪਰ ਸਾਡੇ ਸਰੀਰ ਦੇ ਉਚਿਤ ਵਾਧੇ ਲਈ ਬਹੁਤ ਜ਼ਰੂਰੀ ਤੱਤ ਹਨ। ਇਹਨਾਂ ਦੇ ਵਿੱਚ ਸਾਰਣੀ 2.1 ਅਨੁਸਾਰ ਦਰਸਾਏ ਗਏ ਲੋਹਾ, ਕੈਲਸ਼ੀਅਮ, ਫਾਸਫੋਰਸ ਅਤੇ ਆਇਓਡੀਨ ਆਉਂਦੇ ਹਨ। ਬੱਚੋ, ਜਿਹੜਾ ਖਣਿਜ ਪਦਾਰਥ ਲੋਹਾ ਹੈ ਇਹ ਸਾਡੇ ਸਰੀਰ ਵਿੱਚ ਨਵੇਂ ਖੂਨ ਬਣਨ ਦੇ ਵਿੱਚ ਮਦਦ ਕਰਦਾ ਹੈ, ਅਤੇ ਲੋਹਾ ਸਾਨੂੰ ਹਰੇ ਪੱਤੇਦਾਰ ਸਬਜ਼ੀਆਂ ਜਿਵੇਂ ਪਾਲਕ ਆਦਿ ਤੋਂ ਮਿਲਦਾ ਹੈ।
कैल्शियम बच्चों कैल्शियम साडे हड्डियां दे बनन विच मदद करता है ते कैल्शियम सानू दुध ते दुध दे बने पदार्थों तो मिलता है। जिहड़ा फास्फोरस नाम का खनिज पदार्थ है ये साडी हड्डियां नूं मजबूती दिंदा है ते ये दुध केले आदि तो प्राप्त हुंदा है। ते जिहड़ा आयोडीन खनिज तत्त है ये सानू नमक दे विच मिल जाता है, हरे पत्तेदार सब्जियां विच मिलता है। थायराइड ग्रंथि दे ठीक ढंग नाल काम करन दे लई ये बहुत ही जरूरी खनिज तत्त है। सानी 2.1.5 विटामिन बच्चों साडे शरीर नूं बीमारियों तो बचाउण दे लई ते सही ढंग नाल काम करन दे लई 6 तरह के विटामिनां की जरूरत होंदी है। हालांकि इन्हां दी साडे शरीर दे विच मौजूदगी बहुत घੱਟ मात्रा विच ही होंदी है, पर फिर भी इन्हां दी कमी नाल सानू ਵੱਖ-ਵੱਖ तरह के त्रुटि रोग हो जाते हैं, जिन्हां बारे असीं इसी पार्ट विच अगे पढ़ांगे। आओ असीं इन्हां 6 ਦੇ 6 विटामिनां बारे पढ़ीए। सानी 2.2 विटामिन ए सानू अंडे, मीट, दुध, हरी पत्तेदार सब्जियां ਅਤੇ मुख्य तौर पर गाजर तो मिलता है। विटामिन ए साडी अखां लई बहुत ही ज़्यादा जरूरी पोषक तत्व है। विटामिन बी भी सानू दुध, हरी सब्जियां, मटर, अंडे तो मिलता है। तो विटामिन बी साडे पाचन क्रिया, केंद्री नाड़ी प्रणाली ते शरीर के सही विकास लिए जरूरी पोषक तत्व है। विटामिन सी सानू खट्टे फलों तो मिलता है। तो विटामिन सी सानू बीमारियों नाल लड़न दे लई सहायता करता है। विटामिन डी सानू डेयरी के उत्पादों, मच्छी के जिगर ਅਤੇ मुख्य तौर पर सूरज की रोशनी तो विटामिन डी मिलता है। तो विटामिन डी साडी सेहतमंद अस्थि पिंजर ਅਤੇ दंदां ਲਈ जरूरी पोषक तत्व है। विटामिन ई सानू हरी मिर्च, हरे पत्तेदार सब्जियां, मूंगफली की गिरियां विचों मिलता है। तो विटामिन ई साडे शरीर के सैलों के टुट-फुट तो बचाता है। ये कई तरह की सेहत संबंधी समस्यावां भी घटा दिंदा है। विटामिन के खून नूं जमण विच मदद करता है। जे साडे शरीर में कोई कट लग जाता है, थोड़ा जिहा खून निकलना बंद हो जाता है, ये विटामिन के करके होंदा है। ये सानू विटामिन के हरे पत्तेदार सब्जियां, गोभी, मच्छी, मीट, मोटे अनाज आदि तो मिलता है। 2.1.6 मोटा अनाज या मोटा आहार बच्चों जिहड़ा मोटा आहार होंदा है ये पचदा तो नहीं है, पर ये साडे पाचन क्रिया दे विच बेलोड़े पदार्थों को बाहर कड्ढण दे लई ते पानी की शरीर च कमी नूं दूर करन लई जरूरी है। इस विच फल, सलाद, गाजर आदि आते हैं। तो ये मोटा आहार खाण दे नाल साडे शरीर दे विच अणपचे भोजन नूं बाहर कड्ढण दे विच सहायता होंदी है। साडे शरीर च पानी की कमी नूं दूर करता है। तो साडे पेट के अंदर जो मित्र बैक्टीरिया है ये उन्हां दी संख्या नूं वधा दिंदा है। 2.1.7 पानी बच्चों पानी साडे भोजन का एक मुख्य अंश है। साडे शरीर दीयां सारियां क्रियावां लई पानी एक महत्वपूर्ण पोषक तत्व के रूप में जाना जाता है। पानी साडे शरीर दे विच जिहड़े व्यर्थ के हानिकारक पदार्थ है उन्होंने पसीने ਅਤੇ मूत्र राही शरीर तो बाहर कढ़ दिंदा है। साडे शरीर नूं रोजाना 3 ਤੋਂ 4 लीटर पानी की जरूरत होंदी है। इसलिए सानू पानी 3 ਤੋਂ 4 लीटर हर रोज़ पीना चाहिए है। तो ये पानी सानू स्कैश, नींबू पानी, चाह, दूध, जूस आदि के रूप दे विच लेना चाहिए है। 2.2 संतुलित आहार बच्चों हर भोजन दे विच सारे पोषक तत्व नहीं होंदे, पर जिन्हां भोजन तत्तां दे विच सारे पोषक तत्व उचित मात्रा विच पाए जाते होण उन्हां नूं असीं संतुलित आहार कहते हैं। दुनिया भर दे विच संतुलित आहार के तौर पर जानिया जाने वाला भोजन पदार्थ दुध है। इस तो इलावा जिहड़े कई होर सब्जियां आदि हैं उन्हां दे विच भी पोषक तत्व भरपूर मात्रा च होंदे हैं, इसलिए उन्होंने भी संतुलित आहार किया जाता है। उम्र, लिंग ते
शारीरिक श्रम के मुताबिक संतुलित आहार व्यक्ति तो व्यक्ति विच बदलता रहता है। आओ हुण असी त्रुटि रोगां बारे पढ़ीए 2.3। बच्चों जिद्दां तुहानूं असीं दस्सिया सीगा कि साडे शरीर दे विच पोषक तत्व घੱਟ मात्रा ਵਿੱਚ ਚਾਹੀਦੇ ਹੁੰਦੇ ਹਨ, लेकिन जब लगातार साडे भोजन ਦੇ ਵਿੱਚ किसी खास पोषक तत्व की कमी ਹੁੰਦੀ ਰਹਿੰਦੀ ਹੈ तो साडे शरीर ਵਿੱਚ उस पोषक तत्व ਦੀ पक्के तौर ਤੇ कमी हो जाती है, जिस नाल उस तत्त ਦੀ कमी ਨਾਲ होने वाला रोग पैदा हो जाता है। एक अजिहा रोग ਹੁੰਦਾ है जिस ਤੇ कोई दवाई काम नहीं करती, बल्कि इस रोग ਨੂੰ दूर ਕਰਨ ਦੇ ਲਈ ਸਾਨੂੰ उसी पोषक तत्व ਦੀ ਜ਼ਰੂਰਤ ਪੈਂਦੀ ਹੈ। ਇਸ ਲਈ ਇਹਨਾਂ ਨੂੰ ਅਸੀਂ त्रुटि रोग ਕਹਿੰਦੇ ਹਾਂ। तो ਜਿਹੜਾ ਭੋਜਨ ਅਸੀਂ ਲੈਂਦੇ ਹਾਂ अगर उसਦੇ ਵਿੱਚ पोषक तत्व ਘੱਟ ਜਾਂਦੇ ਹਨ ਤਾਂ ਉਸ पोषक तत्व ਦੀ ਕਮੀ ਨਾਲ ਹੋਣ ਵਾਲੇ ਰੋਗ ਨੂੰ ਅਸੀਂ त्रुटि रोग ਕਹਿੰਦੇ ਹਾਂ। ਆਓ ਸਾਨੀ 2.3 ਦੇ ਵਿੱਚ ਅਸੀਂ ਇਹਨਾਂ ਸਮਝੀਏ। ਬੱਚਿਓ ਅਗਰ ਭੋਜਨ ਦੇ ਵਿੱਚ ਪ੍ਰੋਟੀਨ ਦੀ ਕਮੀ ਹੋ ਜਾਵੇ ਤਾਂ ਕੁਆਸ਼ੀਓਕਰ त्रुटि रोग हो जाता है। इस दे विच शरीर का धीमा विकास हो जाता है, शरीर विच पानी जमा हो जाता है तो बालों का सफ़ेद होना हो जाता है। प्रोटीन और कार्बोहाइड्रेट की कमी के नाल मैरास्मस नाम का रोग हो जाता है। इस विच पसलियाँ उभर जांदियां हन ते बच्चा इन्ना कमज़ोर हो जाता है कि वो चल फिर भी नहीं सकता। विटामिन ए की कमी नाल अंधराता रोग हो जाता है, जिस दे नाल अखां कमज़ोर होणियां ते घट रोशनी दे विच पढ़न दे विच दिक्कत आती है। विटामिन बी की कमी नाल बेरी-बेरी रोग हो जाता है ते बेरी-बेरी रोग दे विच भुख घट लगती है ते शरीर घट ऊर्जा पैदा होण पांदी है। विटामिन सी स्कर्वी दे विच मसूड़ियां दे विच खून आउण लग पैंदा है। विटामिन डी की कमी नाल रिकेटस नाम का रोग हो जाता है, जिस नाल हड्डियां नरम होकर मुड़ जांदियां हन। कैल्शियम पोषक तत्व की कमी नाल हड्डी के दंद खुलने शुरू हो जाते हैं। आयोडीन की कमी के नाल गिल्लड़ रोग हो जाता है। गिल्लड़ रोग के विच गले का मांस फुल के लटक जाता है। लोहे की कमी नाल शरीर विच खून की कमी हो जाती है, जिसनों अनीमिया त्रुटि रोग कहते हैं।